ਹੈਲੋ ਗਾਇਸ, ਵੈਲਕਮ ਟੂ ਸਾਈਬਰ ਹਰਸ਼ यूट्यूब ਚੈਨਲ। ਅੱਜ ਦੀ ਵੀਡੀਓ ਆਪਾਂ ਗੱਲ ਕਰਨ ਵਾਲੇ ਹਾਂ ਸਟੋਰੇਜ ਬਾਰੇ ਕਿ ਸਟੋਰੇਜ ਕਿਸ ਤਰੀਕੇ ਨਾਲ ਵਰਕ ਕਰਦੀ ਆ ਤੇ ਆਪਣਾ ਜੋ ਸਟੋਰੇਜ ਦੇ ਯੂਨਿਟਸ ਆ ਉਹਨਾਂ ਵਿੱਚ ਬਿਟ ਬਾਈਟ ਇਲੈਕਟ੍ਰੋਨਸ ਹਰ ਚੀਜ਼ ਨੂੰ ਆਪਾਂ ਕਵਰ ਕਰਨਾ ਹੈ ਅੱਜ ਦੀ ਇਸ ਵੀਡੀਓ 'ਚ। ਤੇ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੀ ਸਟੋਰੇਜ ਤੋਂ। ਨੋਰਮਲੀ ਆਪਣੀ ਸਟੋਰੇਜ ਹੁੰਦੀ ਕਿੰਨੀ ਆ ਤੇ ਆਪਾਂ ਸਟੋਰੇਜ ਨੋਰਮਲੀ ਕੈਲਕੂਲੇਟ ਕਰਦੇ ਹਾਂ 1 GB 'ਚ 1 GB 1 MB ਜਾਂ ਫਿਰ 1 KB। ਜ਼ਰੂਰੀ ਨਹੀਂ ਇੱਥੇ 1 ਹੀ ਹੋਵੇ, ਮੈਂ 1 ਬਸ ਰੈਫਰੈਂਸ ਵਾਸਤੇ ਲਿਖਣਾ ਹੈ। ਆਹ ਆਪਣੇ ਸਟੋਰੇਜ ਨੂੰ ਨੋਰਮਲੀ ਆਪਾਂ ਆਹ 3 ਯੂਨਿਟਸ 'ਚ ਦੇਖਦੇ ਹਾਂ ਅਤੇ ਆਪਾਂ ਇਸ ਵੀਡੀਓ ਰੈਫਰੈਂਸ ਵਾਸਤੇ 1 KB ਨੂੰ ਮੰਨਦੇ ਕਿਉਂਕਿ ਇਹ ਸਮੋਲੈਸਟ ਯੂਨਿਟ ਆ ਅਤੇ ਆਪਾਂ ਹਜੇ ਇਸ ਤੋਂ ਵੀ ਬਹੁਤ ਛੋਟੇ ਜਗ੍ਹਾਵਾਂ 'ਤੇ ਜਾਣਾ ਹੈ, ਸੋ ਇੰਨੀ ਮੰਨ ਲੈਂਦੇ ਹਾਂ। 1 KB ਮਤਲਬ ਕਿ 1 ਕਿਲੋਬਾਈਟ ਜਾਂ ਤੁਸੀਂ ਕਹਿ ਸਕਦੇ 1 KB ਮਤਲਬ 1000 B ਆ ਗਈ ਫੁੱਲ ਫੋਰਮ 1 KB ਦੀ। 1000 ਬਾਈਟਸ 1000 ਬਾਈਟਸ ਜਿਹੜੀ ਚੀਜ਼ ਦੇ ਅੰਦਰ ਹੁੰਦੇ ਆ ਉਹਨੂੰ ਆਪਾਂ 1 KB ਕਹੀਦਾ। 2000 ਹੋਏ ਤੇ 2 KB ਹੋ ਗਿਆ, 3000 ਹੋਏ ਤੇ 3 KB ਹੋ ਗਿਆ, 4000 ਹੋਏ 4 KB, 5000 'ਚ 5। ਪਰ ਗੱਲ ਹੈਗੀ ਆ ਕਿ ਆਪਾਂ ਦੇਖਾਂਗੇ ਕਿ ਆ ਜੋ B ਆ ਇਹਦਾ ਕੀ ਮਤਲਬ ਬਣਿਆ ਕਿ ਆਹੀ ਐਬਸੋਲਿਊਟ ਯੂਨਿਟ ਆ ਜਾਂ ਆ ਵੀ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰਨ ਦਿਆ। ਸੋ 1B ਕੀ ਬਣਿਆ 1B, ਸੋ 1B ਇਜ਼ ਇਕੁਅਲ ਟੂ 8B। ਹੁਣ ਵੱਡਾ B ਆ ਛੋਟਾ B ਆ, ਕੀ ਮਤਲਬ ਹੋ ਜਾਂਦਾ ਕਿ ਇਹਦੇ ਅੰਦਰ 8 ਬਿਟਸ ਹੁੰਦੇ ਆ। ਬਿਟਸ ਯਾਨੀ ਕਿ 0 ਅਤੇ 1। ਆਹ ਦੋ ਮਸ਼ੀਨ ਲੈਂਗੁਏਜ ਯੂਜ਼ ਹੁੰਦੇ, ਸਿਰਫ ਆਹੀ ਦੋ ਚੀਜ਼ਾਂ ਹੀ 0 ਅਤੇ 1 ਆਹੀ ਸਾਡੇ ਕੰਪਿਊਟਰ ਨੂੰ ਸਮਝ ਲੱਗਦੀਆਂ ਅਤੇ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਆਪਾਂ ਚੁੱਕ ਕੇ ਜੇ ਇਹਦਾ ਕੋਈ ਨਾਮ ਦੇਵਾਂਗੇ ਅਤੇ ਉਹ ਹੋਊਗਾ ਬਿਟ ਅਤੇ ਆਹ ਹੈਗਾ ਬਾਈਟ। ਇਹਨੂੰ ਹੀ ਇੱਕ ਹਿਸਾਬ ਨਾਲ ਐਕਸਟੈਂਡਿਡ ਥੋੜ੍ਹਾ ਵਜਨਦਾਰ ਨਾਮ ਇਹਦਾ ਹੀ ਦੇਤਾ, ਬਿਟ ਦਾ ਬਾਈਟ ਕਰਤਾ। ਅਤੇ 8 ਬਿਟ ਮਿਲ ਕੇ ਬਣਦੇ ਆ 1 ਬਾਈਟ। 8 ਹੀ ਕਿਉਂ, 10 ਕਿਉਂ ਨਹੀਂ ਆ 5 ਕਿਉਂ ਨਹੀਂ 8 ਇਸ ਕਰਕੇ ਕਿ ਆਪਣਾ ਇਹਦੇ ਪਿੱਛੇ ਕੀ ਲੋਜਿਕ ਆ 8 ਬਿਟ ਨੂੰ 1 ਬਾਈਟ ਬਣਾਉਣ ਦਾ। ਦੇਖੋ ਇੰਨਾ ਸਾਨੂੰ ਪਤਾ ਹੈ ਕੰਪਿਊਟਰ ਦੀ ਹਰ ਲੈਂਗੁਏਜ 01 01 01 ਦਾ ਇਸਤੇਮਾਲ ਹੁੰਦਾ, ਮਤਲਬ 0 ਅਤੇ 1 ਦੇ ਹੀ ਵੱਖਰੇ ਵੱਖਰੇ ਪੈਟਰਨਸ ਦਾ ਜੋ ਯੂਜ਼ ਕੀਤਾ ਜਾਂਦਾ ਉਹ ਹੁੰਦਾ। ਪਰ ਜੇ ਆਪਾਂ 8 ਡਿਜਿਟਸ ਦਾ ਕੋਈ ਨੰਬਰ ਬਣਾਈ ਜਾਂਦੇ ਸਿਰਫ 01 ਦਾ ਯੂਜ਼ ਕੀਤਾ ਗਿਆ ਅਤੇ ਉਹ ਕੋਈ 1 ਬਾਈਟ ਬਣ ਜੂਗਾ। ਜਿਵੇਂ ਫੋਰ ਐਗਜ਼ਾਮਪਲ 0 1 0 0 0 0 0 ਅਤੇ 1। ਆ ਕਿੰਨੇ ਬਣੇ 1 2 3 4 5 6 7 8 ਆ ਬਣੇ ਅਤੇ ਇਹਦੇ 8 ਬਿਟਸ ਆ। ਆਹ ਕੋਈ ਇੱਕ ਬਿਟ ਹੋਇਆ, ਇਹਨੂੰ ਆਪਾਂ ਕਾਊਂਟ ਕਰਕੇ ਵੇਖ ਲਿਆ 8 ਬਿਟਸ ਆ ਅਤੇ ਸੋ ਇਟ ਇਜ਼ ਇਕੁਅਲ ਟੂ 1 ਬਾਈਟ। ਪਰ ਇਹਦਾ ਮਤਲਬ ਕੀ ਹੋਇਆ, ਆਪਾਂ ਆਹੀ ਪੈਟਰਨ ਕਿਉਂ ਲਿਖਿਆ ਬਿਕੋਜ਼ ਆ ਜੋ ਪੂਰਾ ਇੱਕ ਬਾਈਨਰੀ ਡਿਜਿਟ ਬਣਿਆ ਇਹਦਾ ਮਤਲਬ ਬਣਦਾ ਕੈਪੀਟਲ A। ਆਪਾਂ ਇਸ ਤਰੀਕੇ ਨਾਲ ਜੇ ਲਿਖਦੇ ਹਾਂ ਅਤੇ ਕੰਪਿਊਟਰ ਵਾਸਤੇ ਇਹਦਾ ਮਤਲਬ ਕੈਪੀਟਲ A ਹੋਏਗਾ, ਸਾਡੇ ਵਾਸਤੇ ਇਹਦਾ ਮਤਲਬ 01 0 0 0 0 1 ਹੋਏਗਾ ਅਤੇ ਇਹਦੀ ਸਟੋਰੇਜ ਮਤਲਬ ਆ 1 ਬਾਈਟ ਦੇ ਬਰਾਬਰ ਹੋ ਜਾਂਦਾ ਅਤੇ ਆਹੀ ਇੱਕ A ਦੇ ਬਰਾਬਰ ਆ ਰਿਪ੍ਰਜੈਂਟ ਕਰਦਾ। A ਨੂੰ ਤਾਂ ਸਟੋਰੇਜ ਲੈਂਦਾ 1 ਬਾਈਟ ਜਿੰਨੀ। ਸੋ ਕੀ ਇਹਦਾ ਪਤਾ ਲੱਗਦਾ ਕਿ ਆਪਾਂ ਜੇ ਕਿਸੇ ਨੋਟਪੈਡ ਵਿੱਚ ਕਿਤੇ ਵੀ ਇੱਕ A ਲਿਖ ਕੇ ਸੇਵ ਕਰਦੇ ਹਾਂ ਤਾਂ ਉਹਦੀ ਸਟੋਰੇਜ ਹੋਊਗੀ 1 ਬਾਈਟ। ਅਤੇ ਜੇ ਆਪਾਂ ਇਹੋ ਜਿਹੇ 1000 A ਲਿਖਦੇ ਹਾਂ ਮਤਲਬ ਕੋਈ ਵੀ 1000 ਜ਼ਰੂਰੀ ਨਹੀਂ A, ਕੋਈ ਵੀ ਐਲਫਾਬੈਟ ਜਾਂ ਕੋਈ ਇੱਕ ਸਿੰਗਲ ਕਰੈਕਟਰ ਹੋਊਗਾ ਤਾਂ ਉਹ ਇੱਕ ਬਿਟ 1 ਬਾਈਟ ਹੋਏਗਾ। ਅਤੇ ਆਪਾਂ ਜੇ ਉਹੋ ਜਿਹੇ 1000 ਲਿਖੀਏ ਅਤੇ ਫਿਰ ਉਹ 1 KB ਹੋ ਜਾਏਂਗੇ। ਸੋ ਇੱਥੇ ਸਾਨੂੰ ਕਨਸੈਪਟ ਸਮਝ ਲੱਗ ਗਿਆ 1 KB ਹੋ ਗਏ ਜੇ ਆਪਾਂ ਇਹਨੂੰ 1000 ਵਾਰੀ ਲਿਖਿਆ। ਇਸ ਤਰੀਕੇ ਨਾਲ ਹੀ ਜੇ ਆਪਾਂ ਇਹਨੂੰ 1000 KB ਯੂਜ਼ ਕਰਦੇ ਹਾਂ ਫਿਰ 1 MB ਹੋ ਜਾਏਗਾ। ਜੇ ਇਹ ਵੀ 1000 ਵਾਰੀ ਯੂਜ਼ ਕੀਤਾ ਗਿਆ, ਜੇ MB ਵੀ 1000 ਵਾਰੀ ਕੀਤੇ। ਵੈਸੇ ਇਹਦੀ ਐਬਸੋਲਿਊਟ ਵੈਲਿਊ 1000 ਨਹੀਂ ਹੁੰਦੀ, ਹੁੰਦੀ ਆ 1024। ਪਰ ਆਪਾਂ ਇਹਨੂੰ ਰਾਊਂਡ ਆਫ ਕਰਕੇ 1000 ਕਿੰਨੇ ਆ ਬਟ ਇਟ ਇਜ਼ ਨੋਟ 1000 ਇਨ ਰਿਐਲਿਟੀ, ਇਟ ਇਜ਼ 1024। ਸੋ 1024 MB ਮਤਲਬ 1 GB। ਇਸ ਤਰੀਕੇ ਨਾਲ ਚੱਲਦਾ ਹੈ। ਤਾਂ ਸਮੋਲੈਸਟ ਯੂਨਿਟ ਜੋ ਹੈਗਾ ਸਟੋਰੇਜ ਦਾ ਉਹ ਕੀ ਬਣਿਆ, ਸਮੋਲੈਸਟ ਹੈਗਾ ਆਪਣਾ ਬਿਟ। ਕੀ ਬਿਟ ਦਾ ਕੋਈ ਰੀਅਲ ਲਾਈਫ ਸਟੋਰੇਜ ਨਾਲ ਕਨੈਕਸ਼ਨ ਆ ਜਾਂ ਫਿਰ ਜੋ ਜਿੰਨੀ ਜ਼ਿਆਦਾ ਸਟੋਰੇਜ ਆ ਉਹਨਾਂ ਚੀਜ਼ ਦੀ ਵੇਟ 'ਤੇ ਉਹਦੀ ਐਨਰਜੀ 'ਤੇ ਕੋਈ ਫਰਕ ਪੈਂਦਾ ਹੈ।
ਉਹਦੇ ਟੈਂਪਰੇਚਰ ਤੋਂ ਕੀ ਫ਼ਰਕ ਪੈਂਦਾ ਹੈ, ਜੇ ਫ਼ਰਕ ਪੈਂਦਾ ਤਾਂ ਕਿਹੜਾ ਫਿਜ਼ੀਕਲ ਫਿਨੋਮੀਨਾ ਯੂਜ਼ ਕੀਤਾ ਜਾਂਦਾ ਇੰਨਾ ਫ਼ਰਕ ਪੈਂਦਾ ਹੈ ਆਪਾਂ ਦੇਖਾਂਗੇ। ਸਭ ਤੋਂ ਆਪਣੇ ਕੰਪਿਊਟਰ 'ਚ ਯੂਜ਼ ਹੁੰਦਾ ਹੈ ਡਿਜੀਟਲ ਲੌਜਿਕ। ਡਿਜੀਟਲ ਲਿਖਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਥੋੜ੍ਹਾ ਲੰਬਾ ਚੌੜਾ ਕੰਮ ਹੈ, ਇਸ ਕਰਕੇ ਆਪਾਂ ਬੋਲਣ 'ਤੇ ਹੀ ਜ਼ਿਆਦਾ ਕਰਾਂਗੇ। ਡਿਜੀਟਲ ਲੌਜਿਕ ਯੂਜ਼ ਕੀਤਾ ਜਾਂਦਾ ਹੈ ਅਤੇ ਇਹਦੇ ਅੰਦਰ ਕੀ ਆਪਣਾ ਜੋ 1 ਬਿਟ ਆ ਇਟ ਇਜ਼ ਇਕੁਅਲ ਟੂ 1 ਇਲੈਕਟ੍ਰੋਨ। ਵੇਖਿਆ ਆਪਾਂ ਥੋੜ੍ਹੀ ਫਿਜ਼ੀਕਲ ਚੀਜ਼ਾਂ 'ਤੇ ਪਹੁੰਚ ਚੁੱਕੇ ਹਾਂ, ਇਲੈਕਟ੍ਰੋਨ ਪ੍ਰੋਟੋਨ ਤੀਕਰ ਆ ਚੁੱਕੇ ਹਾਂ। 1 ਇਲੈਕਟ੍ਰੋਨ ਦੇ ਬਰਾਬਰ ਹੁੰਦਾ ਹੈ 1 ਬਿਟ। ਦਿਸ ਮੀਨ ਕਿ 1 ਬਾਈਟ मतलब 8 ਇਲੈਕਟ੍ਰੋਨਸ ਦੇ ਬਰਾਬਰ ਕਿਉਂ ਹੁੰਦਾ ਹੈ ਕਿਉਂਕਿ ਜਿੰਝ ਇੱਕ ਹਾਰਡ ਡਿਸਕ ਅੰਦਰ ਬਿਟਸ ਵੱਧਦੇ, ਸਟੋਰੇਜ ਵੱਧਦੀ, ਉਹਦੇ ਅੰਦਰ ਇਲੈਕਟ੍ਰੋਨਸ ਵੀ ਵੱਧਦੇ ਆ ਕਿਉਂਕਿ ਮਸ਼ੀਨ ਜੋ ਹੈਗੀ ਆ ਸਟੋਰ ਕਰਦੀ ਹੈ। ਹੁਣ ਆਪਣੀ ਸਕਰੀਨ 'ਤੇ ਦਿਖਣ ਦਿਆ, ਮਸ਼ੀਨ ਨੂੰ ਕਿੰਝ ਪਤਾ ਲੱਗੂ। ਅਸਲ 'ਚ CPU ਦੇ ਸਾਰੇ ਫਿਜ਼ੀਕਲ ਪਾਰਟਸ ਇੱਕ ਦੂਜੇ ਨੂੰ ਸਕਰੀਨ ਦੇ ਉੱਪਰ ਨਹੀਂ ਦੇਖਦੇ ਅਤੇ ਉਹਨਾਂ ਅੰਦਰ ਇਲੈਕਟ੍ਰੋਨਸ ਦੀ ਆਉਣਾ ਜਾਣਾ ਬਣਿਆ ਰਹਿੰਦਾ ਹੈ, ਜਿੰਨਾ ਸਟੋਰੇਜ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਸੋ ਇਸ ਕਰਕੇ ਇੱਕ ਬਿਟ ਦੀ ਵੈਲਿਊ 1 ਇਲੈਕਟ੍ਰੋਨ ਹੁੰਦੀ ਹੈ। ਮਤਲਬ ਜੇ ਕਿਤੇ 1 ਇਲੈਕਟ੍ਰੋਨ ਹੈਗਾ ਤਾਂ ਆਪਾਂ ਕੰਪਿਊਟਰ ਲੈਂਗੁਏਜ 'ਚ ਕਹਿ ਸਕਦੇ ਅਤੇ 1 ਬਿਟ ਪਿਆ ਹੋਇਆ। ਵੈਸੇ ਇਲੈਕਟ੍ਰੋਨ ਦਿਖੂਗਾ ਨਹੀਂ ਅਤੇ ਹਰ ਜਗ੍ਹਾ 'ਤੇ ਇਲੈਕਟ੍ਰੋਨਸ ਹੁੰਦੇ ਹੀ ਹੈ, ਇਸ ਕਰਕੇ ਹਰ ਜਗ੍ਹਾ 'ਤੇ ਬਿਟਸ ਹੈਗੇ ਆ ਇੱਕ ਹਿਸਾਬ ਨਾਲ ਕਹਿ ਸਕਦੇ ਹਾਂ। ਸੋ 1 ਬਾਈਟ 8 ਹੋ ਗਏ। ਸੋ 1 KB 8000 ਹੋ ਗਏ। ਇਸ ਤਰੀਕੇ ਨਾਲ 8000 ਇਲੈਕਟ੍ਰੋਨਸ ਆ ਗਏ। 1 MB ਵਿੱਚ ਆਪਣੇ ਕਿੰਨੇ ਆ ਗਏ ਇਸ ਲੌਜਿਕ ਨਾਲ ਆ ਗਏ 8 ਮਿਲੀਅਨ ਜਾਂ ਫਿਰ 80 ਲੱਖ ਆਪਣੇ ਇਲੈਕਟ੍ਰੋਨਸ ਆ ਗਏ। 1 GB 'ਚ ਕਿੰਨੇ ਆ ਜਾਣਗੇ? GB 'ਚ ਤਾਂ ਬਹੁਤ ਵੱਡਾ ਨੰਬਰ ਆ ਜਾਏਗਾ, ਇੰਨਾ ਵੀ ਵੱਡਾ ਨਹੀਂ ਆਉਣ ਲੱਗਾ। 8 ਬਿਲੀਅਨਸ, 8 ਜਗ੍ਹਾ 9 ਜ਼ੀਰੋ, 800 ਕਰੋੜ, 8 ਅਰਬ, ਕੁਛ ਵੀ ਕਹਿ ਸਕਦੇ ਹੋ, ਇੰਨੇ ਆ ਜਾਣਗੇ। ਇੰਨੇ ਇਲੈਕਟ੍ਰੋਨਸ 1 GB 'ਚ ਆ ਗਏ। ਜੇ ਇਲੈਕਟ੍ਰੋਨਸ ਵਧਣਦੇ ਆ ਅਤੇ ਇਲੈਕਟ੍ਰੋਨ ਦਾ ਕੋਈ ਇੱਕ ਵੇਟ ਵੀ ਹੁੰਦਾ ਹੈ। ਇਲੈਕਟ੍ਰੋਨ ਦਾ ਵੇਟ ਕਿੰਨਾ ਹੁੰਦਾ ਹੈ? ਆਲਮੋਸਟ, ਆਪਾਂ ਇੱਥੇ ਆਲਮੋਸਟ ਗੱਲ ਕਰਨੀ ਹੈ, ਐਗਜ਼ੈਕਟ ਵੈਲਿਊ ਨਹੀਂ ਦੱਸਾਂਗੇ, ਦੱਸ ਸਕਦੇ ਹਾਂ ਪਰ ਸਮਝ ਸਕਦੇ ਹੋ ਐਗਜ਼ੈਕਟ ਵੈਲਿਊ ਥੋੜ੍ਹਾ ਕੈਲਕੂਲੇਸ਼ਨ ਵਿੱਚ ਹੀ ਮੁਸ਼ਕਿਲ ਦੇਗਾ। ਅਤੇ ਆਲਮੋਸਟ ਇਲੈਕਟ੍ਰੋਨ ਦਾ ਵੇਟ ਹੁੰਦਾ ਹੈ ਆਲਮੋਸਟ ਇੰਨਾ kg। ਤੈਨੂੰ ਪਹਿਲੇ ਗ੍ਰਾਮ ਵਿੱਚ ਕਨਵਰਟ ਕਰੀਏ ਥੋੜ੍ਹਾ ਯੂਨਿਟ ਛੋਟਾ ਕਰਨ ਵਾਸਤੇ, ਅਤੇ ਹੋ ਜਾਂਦਾ ਇੰਨਾ ਅਤੇ ਇੰਨਾ। ਆਹ ਸੇਮ ਰਹੇਗਾ, ਉੱਪਰ ਬਸ ਪਾਵਰ ਥੋੜ੍ਹੀ ਛੋਟੀ ਹੋ ਕੇ ਅਤੇ 28 'ਤੇ ਆ ਜਾਏਗੀ ਅਤੇ ਇੱਥੇ ਆ ਯੂਨਿਟ ਛੋਟਾ ਹੋ ਕੇ ਗ੍ਰਾਮ ਹੋ ਜਾਏਗਾ। ਸਾਨੂੰ ਆਹ ਪਤਾ ਲੱਗ ਗਿਆ ਕਿ 1 ਗ੍ਰਾਮ ਵਿੱਚ ਇੰਨੇ ਹੁੰਦੇ ਆ। ਇੰਨੇ 9.1 × 10⁻28 ਗ੍ਰਾਮਸ। ਮਤਲਬ ਕਿ ਆਹ ਜੋ 9.1 ਹੈਗਾ ਇਹਦੇ ਇੱਧਰ ਜੇ 28 ਜ਼ੀਰੋਸ ਆ ਜਾਂਦੇ ਆ ਅਤੇ ਇੱਥੇ ਪੁਆਇੰਟ ਪਾ ਕੇ ਇੱਥੇ 1 ਜ਼ੀਰੋ, ਮਤਲਬ 0.28 ਜ਼ੀਰੋਸ ਫਿਰ 91। ਇੰਨੀ ਵੈਲਿਊ ਇਹਦੀ ਹੈਗੀ ਆ, ਮਤਲਬ ਬਹੁਤ ਛੋਟਾ, ਬਹੁਤ ਘੱਟ ਵੇਟ ਹੈ ਇਹਦਾ। ਹੁਣ ਜੇ ਆਹੀ ਇਹਦੇ ਕੋਲ ਜੇ ਹੈਗੇ ਆ 1 GB ਜਿੰਨੇ ਇਲੈਕਟ੍ਰੋਨਸ, ਮਤਲਬ ਕਿ ਇੱਥੇ ਕਿੰਨੇ ਜ਼ੀਰੋਸ ਆਪਣੇ ਬਣ ਗਏ? ਇੱਥੇ ਆਪਣੇ ਬਣ ਗਏ 1 2 3 4 5 6 7 8 9 ਅਤੇ 9 ਜ਼ੀਰੋ। ਸੋ ਆਪਣਾ ਇੱਥੇ ਹੋ ਜਾਏਗਾ 9.1 × 8 ਕਿਉਂ? ਕਿਉਂਕਿ ਇੱਥੇ 8 ਹੈਗਾ ਅਤੇ ਇੰਟੂ 10 ਦੀ ਪਾਵਰ ਕਿੰਨੀ ਹੋ ਗਈ? -19 ਗ੍ਰਾਮ। ਇੰਨਾ ਵੇਟ ਆਪਣੇ 1 GB ਦਾ ਹੈਗਾ। ਇਹਨੂੰ ਆਪਾਂ ਜੇ ਕੈਲਕੂਲੇਟ ਕਰਕੇ ਅਤੇ 8 ਦੇ ਨਾਲ ਮਲਟੀਪਲਾਈ ਕਰਕੇ ਵੀ ਦੇਖ ਸਕਦੇ ਹਾਂ। 72.8 ਯਾਨੀ ਆਪਾਂ ਕਹਿ ਸਕਦੇ ਹਾਂ 7.28 × 10 ਦੀ ਪਾਵਰ -18 ਗ੍ਰਾਮ ਹੈਗਾ ਆਪਣਾ 1 GB ਦਾ ਅਪਰੋਕਸੀਮੇਟ ਵੇਟ। ਮਤਲਬ ਕਿ GB ਆਏਗਾ। ਜੇ ਉਹੀ ਆਪਾਂ GB ਤੋਂ ਵੱਡਾ ਕੀ ਹੁੰਦਾ? TB। ਅਪਰੋਕਸੀਮੇਟ ਵੈਲਿਊ ਸਾਰੀ ਆਪਣੀ ਚੱਲਦੀ ਪਈ ਹੈ। ਅਪਰੋਕਸੀਮੇਟ ਵੈਲਿਊ ਆ ਅਪਰੋਕਸੀਮੇਟਲੀ ਹੁਣ ਆਪਾਂ TB ਦਾ ਵੇਖਾਂਗੇ ਅਤੇ TB ਦਾ ਹੋ ਜਾਏਗਾ 7.28 × 10 ਦੀ ਪਾਵਰ -15 -15 ਹੋ ਗਿਆ। TB ਤੋਂ ਬਾਅਦ ਕੀ ਆਉਂਦਾ? TB ਤੋਂ ਬਾਅਦ ਆਉਂਦਾ PB। ਹੁਣ ਆਪਣੇ ਦਿਮਾਗ ਦੀ ਸਟੋਰੇਜ ਤੱਕ ਗੱਲ ਪਹੁੰਚ ਚੁੱਕੀ ਹੈ ਕਿਉਂਕਿ ਆਪਣੇ ਦਿਮਾਗ ਦੀ ਸਟੋਰੇਜ 2 PB ਹੁੰਦੀ ਹੈ। ਸੋ ਹੁੰਦੀ ਨਹੀਂ ਹੈ ਇਹ ਕਿਉਂਕਿ ਆਪਣਾ ਦਿਮਾਗ PB ਸਟੋਰੇਜ ਨਹੀਂ ਦੱਸਦਾ, ਪਰ ਜੇ ਆਪਾਂ ਕੰਪਿਊਟਰ ਸਟੋਰੇਜ ਦੇ ਨਾਲ ਕਨੈਕਟ ਕਰੀਏ ਤਾਂ 2 PB ਬਣਦੀ ਹੈ। ਮਤਲਬ ਕਿ ਆਪਾਂ ਉਸ ਲੈਵਲ 'ਤੇ ਪਹੁੰਚ ਗਏ ਹੋਏ ਹਾਂ ਆਪਣੀ ਹਿਊਮਨ ਸਟੋਰੇਜ ਦੇ ਆਸ-ਪਾਸ। ਅਤੇ ਇਹਦੇ ਅੰਦਰ ਇੰਨਾ ਗ੍ਰਾਮ ਇਲੈਕਟ੍ਰੋਨ ਆਏਗਾ, ਇੰਨਾ ਗ੍ਰਾਮ।
हजे भी रिलेटेबल नहीं है, नो प्रॉब्लम, ਆਪਾਂ ਅੱਗੇ ਜਾਵਾਂਗੇ। ਇਸ ਤੋਂ ਬਾਅਦ ਬਿਗੈਸਟ ਯੂਨਿਟ ਸਟੋਰੇਜ ਦਾ EB, ਇਸ ਤੋਂ ਵੱਡਾ ਹੋਰ ਕੋਈ ਯੂਨਿਟ ਨਹੀਂ ਲੱਭੇਗਾ, ਇਸ ਤੋਂ ਜ਼ਿਆਦਾ ਨਹੀਂ ਵਧਾ ਸਕਦੇ, ਇੱਥੇ ਰਿਲੇਟ ਕਰਨਾ ਪੈਣਾ। ਸੋ ਆ ਆਪਣਾ ਹੋ ਗਿਆ 10 ਦੀ ਪਾਵਰ 'ਚ -9 ਗ੍ਰਾਮ, ਇੰਨਾ ਵੇਟ ਇੱਕ EB ਦਾ। ਸਮਝ ਲੱਗਦੀ ਵੀ ਹੈ? ਬਿਲਕੁਲ ਨਹੀਂ। ਆਪਾਂ ਇਹਨੂੰ ਇੱਧਰ ਲੈ ਆਉਂਦੇ ਹਾਂ, ਮਤਲਬ ਕਿ 10 ਦੀ ਪਾਵਰ 9 EB, ਜਾਂ ਫਿਰ ਆਪਾਂ ਕਹਿ ਸਕਦੇ ਹਾਂ 1 ਬਿਲੀਅਨ EBs ਇਜ਼ ਇਕੁਅਲ ਟੂ 7.3 ਗ੍ਰਾਮ। 28 ਨੂੰ 3 'ਚ ਰਾਊਂਡ ਆਫ ਕਰ ਸਕਦੇ ਹਾਂ। 1 ਬਿਲੀਅਨ EB, ਸੋ ਇੱਕ EB ਵਿੱਚ ਆਪਣੇ ਕਿੰਨੇ ਹੁੰਦੇ ਆ? 1000 PB ਹੁੰਦੇ ਆ, 10 ਲੱਖ TB ਹੁੰਦੇ ਆ, ਅਤੇ 1 ਬਿਲੀਅਨ GB ਮਤਲਬ ਕਿ ਇੱਕ ਦੇ ਅੱਗੇ ਜੇ ਆਪਾਂ 18 ਜ਼ੀਰੋ ਲਾ ਦਈਏ, ਇੱਕ ਦੇ ਅੱਗੇ 18 ਜ਼ੀਰੋ ਲਾ ਦਈਏ, ਅਤੇ ਜੋ GB ਵਿੱਚ ਜੋ ਆਊਗਾ, ਇੱਕ ਦੇ ਅੱਗੇ 18 ਜ਼ੀਰੋ GB ਜੋ ਹੋਊਗਾ ਉਹ 7.3 ਗ੍ਰਾਮ ਬਣੂਗਾ। ਸਿਰਫ ਇੱਕ ਦੇ ਅੱਗੇ 18 ਜ਼ੀਰੋਸ, ਬਹੁਤ ਵੱਡਾ ਨੰਬਰ ਹੈ। ਮਤਲਬ ਸਾਡੇ ਕੋਲ ਇੰਨੀ ਵੱਡੀ ਇੱਕ ਹਾਰਡ ਡਿਸਕ ਹੈਗੀ ਆ ਜਿੰਨੇ 'ਚ 1 ਬਿਲੀਅਨ EBs ਆ ਸਕਦੇ ਆ। ਉਹਨੂੰ ਆਪਾਂ ਜੇ ਪੂਰਾ ਭਰ ਜਿਹੜਾ ਸਾਡਾ 7 ਗ੍ਰਾਮ ਬਸ ਵੇਟ ਵਧੂਗਾ, ਪਰ ਵੇਟ ਵਧੂਗਾ, ਰੀਅਲ ਲਾਈਫ 'ਚ ਇਹਦਾ ਅਸਰ ਪਏਗਾ ਇਸ ਲੌਜਿਕ ਦੇ ਨਾਲ। ਮਤਲਬ ਕਿ ਜੇ ਬਿਟ ਜ਼ਿਆਦਾ ਹੈ, ਸਟੋਰੇਜ ਜ਼ਿਆਦਾ ਹੈ, ਅਤੇ ਫਿਰ ਵੇਟ ਵੀ ਜ਼ਿਆਦਾ ਹੈ। ਪਰ ਕਿੰਨਾ ਜ਼ਿਆਦਾ ਹੈ? ਬਿਟ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਅਤੇ ਵੇਟ ਬਸ ਥੋੜ੍ਹਾ ਜਿਹਾ ਜ਼ਿਆਦਾ। ਕਿਉਂਕਿ ਆਪਣੀ ਆਈਨਸਟਾਈਨ ਨੇ ਥੋੜ੍ਹਾ એનર્ਜੀ ਮਾਸ ਦਾ ਕੀਤਾ ਸੀ, ਵਿੱਚ ਸਪੀਡ ਆਫ ਲਾਈਟ ਦਾ ਕਨੈਕਸ਼ਨ ਸੀ। ਜਿੰਨਾ ਪਤਾ ਲੱਗਦਾ ਹੈ ਕਿ ਸਪੀਡ ਆਫ ਲਾਈਟ ਦਾ ਸਕੇਅਰ ਜੋ ਹੈਗਾ, ਆਹ ਸਕੇਅਰ ਹੀ ਸਪੀਡ ਆਫ ਲਾਈਟ ਦਾ ਸਕੇਅਰ ਆ, ਉਹਨੂੰ ਜੇ ਮਾਸ ਨਾਲ ਮਲਟੀਪਲਾਈ ਕਰੀਏ ਤਾਂ ਫਿਰ ਜਾ ਕੇ એનર્ਜੀ ਦੀ ਵੈਲਿਊ ਆਉਂਦੀ, ਅਤੇ ਆਪਣੇ ਇਲੈਕਟ੍ਰੋਨਸ એનર્ਜੀ ਵਿੱਚ ਚੱਲਦੇ ਆ, ਅਤੇ ਮਤਲਬ ਕਿ ਉਹਨੂੰ ਆਪਾਂ ਸਪੀਡ ਆਫ ਲਾਈਟ ਦੇ ਸਕੇਅਰ ਦੇ ਨਾਲ ਡਿਵਾਈਡ ਕੀਤਾ, ਅਤੇ ਫਿਰ ਮਤਲਬ ਬਹੁਤ ਜ਼ਿਆਦਾ એનર્ਜੀ ਬਹੁਤ ਥੋੜ੍ਹਾ ਜਿਹਾ ਮਾਸ 'ਤੇ ਹੁੰਦੀ ਆ। ਅਤੇ ਇਹਦੇ 'ਚ ਵੀ ਕੁਛ ਇਹੋ ਜਿਹਾ ਹੀ ਆ ਕਿ ਬਹੁਤ ਜ਼ਿਆਦਾ એનર્ਜੀ ਬਹੁਤ ਥੋੜ੍ਹਾ ਜਿਹਾ ਮਾਸ 'ਤੇ ਹੁੰਦੀ ਪਈ ਆ। ਆਹ ਆਪਣਾ ਲੌਜਿਕ ਵਰਕ ਕਰਦਾ ਪਿਆ ਕਿਹਦੇ ਪਿੱਛੇ? ਸਟੋਰੇਜ ਦੇ ਪਿੱਛੇ। ਕੀ ਬਸ ਆਹੀ ਇੱਕ ਤਰੀਕਾ ਹੈਗਾ ਸਟੋਰੇਜ ਰੱਖਣ ਦਾ? ਬਿਲਕੁਲ ਨਹੀਂ। ਇਹਦੇ ਇਲਾਵਾ ਇੱਕ ਮੈਗਨੇਟਿਕ ਤਰੀਕਾ ਵੀ ਹੁੰਦਾ, ਇਹਦੇ 'ਚ ਮੈਗਨੇਟਸ ਦਾ ਵਰਕ ਹੁੰਦਾ, ਅਤੇ ਇਲੈਕਟ੍ਰੋਨਸ ਦਾ ਆਉਣਾ ਜਾਣਾ ਬਿਲਕੁਲ ਨਹੀਂ ਚੱਲਦਾ। ਅਤੇ ਉਹਦੇ ਅੰਦਰ ਆਪਾਂ ਕੀ ਕਰ ਸਕਦੇ ਹਾਂ ਉਹ ਵੀ ਦੇਖਦੇ ਹਾਂ। ਇਹਦੇ 'ਚ ਕੀ ਹੀ ਆਪਾਂ ਆਪਣੇ ਇਲੈਕਟ੍ਰੋਨਸ ਜਾਂ ਤਾਂ 0 ਦੀ ਫੋਰਮ 'ਚ ਜਾਂ ਤਾਂ 1 ਦੀ ਫੋਰਮ 'ਚ ਲੈ ਕੇ ਜਾਂਦੇ ਹਾਂ। 0 ਦੀ ਫੋਰਮ 'ਚ ਵੀ ਆਪਾਂ ਕਹਿ ਸਕਦੇ ਹਾਂ ਕਿ ਆਹ 0 ਦੀ ਫੋਰਮ ਹੋ ਗਈ, ਆਹ 1 ਦੀ ਫੋਰਮ ਹੋ ਗਈ। ਜਿੰਨੇ ਸਾਇੰਸ ਪੜ੍ਹੀ ਉਹਨੂੰ ਪਤਾ ਲੱਗ ਜਾਏਗਾ ਇਲੈਕਟ੍ਰੋਨ ਨੂੰ ਜਾਂ ਤਾਂ ਇੰਝ ਰਿਪ੍ਰੈਜ਼ੈਂਟ ਕੀਤਾ ਜਾਂਦਾ, ਉਹਦੇ ਸਪਿਨ ਦੇ ਅਕੋਰਡਿੰਗ ਕਿ ਉਹ ਕਿਸ ਪਾਸੇ ਘੁੰਮਦਾ ਪਿਆ। ਅਤੇ ਆਪਾਂ ਕਹਿ ਸਕਦੇ ਹਾਂ ਕਿ ਅੱਜ 0 ਹੋਏਗਾ ਅਤੇ ਆ ਫਿਰ 1 ਹੋਏਗਾ ਸਾਡੇ ਸਿਸਟਮ ਵਾਸਤੇ। ਆਹ ਬਾਹਰੋਂ ਦੀ ਆਉਂਦੇ ਪਏ ਆ। ਹੁਣ ਮੈਗਨੇਟ ਵਾਲੇ ਕੀ ਹੁੰਦਾ ਹੈ ਕਿ ਅੰਦਰ ਹੀ ਇਲੈਕਟ੍ਰੋਨ ਆਪਣੀ ਨੈਚੁਰਲ ਸਟੇਟ ਵਿੱਚ ਜੋ ਵੀ ਹੁੰਦਾ ਸਪਿਨਿੰਗ ਹੁੰਦੇ ਰਹਿੰਦੇ ਆ, ਪਰ ਬਾਹਰੋਂ ਦੀ ਕੀ ਆਉਂਦਾ ਹੈ? ਮੈਗਨੇਟਿਕ એનર્ਜੀ ਆਉਂਦੀ ਹੈ, ਇਲੈਕਟ੍ਰੋਮੈਗਨੇਟਿਕ એનર્ਜੀ ਆਉਂਦੀ। ਮੈਗਨੇਟਿਕ ਨਹੀਂ ਕਹਿ ਸਕਦੇ, ਇਲੈਕਟ੍ਰੋਮੈਗਨੇਟਿਕ એનર્ਜੀ ਆਉਂਦੀ, ਜੋ ਕਿ ਇਹਨਾਂ ਦੇ ਸਪਿਨ ਬਦਲਣ ਵਿੱਚ ਮਦਦ ਕਰਦੀ ਆ, ਫੋਰਸ ਕਰਦੀ ਆ, ਅਤੇ ਇਹਨਾਂ ਸਪਿਨ ਬਦਲ ਕੇ ਅਤੇ ਅੰਦਰ ਆਲਰੇਡੀ ਪਏ ਹੋਏ ਇਲੈਕਟ੍ਰੋਨਸ ਨੂੰ ਹੀ ਇਸ ਫੋਰਮ ਵਿੱਚ ਲੈ ਆਉਂਦੀ ਆ ਕਿ ਆਪਣਾ ਜੋ ਬਾਈਨਰੀ ਡਿਜਿਟ ਹੈਗਾ ਉਹ ਪੂਰਾ ਹੋ ਪਾਵੇ। ਮਤਲਬ ਕਿ ਇਹਦਾ ਸਪਿਨ ਉੱਪਰ ਨੂੰ, ਇਹਦਾ ਸਪਿਨ ਥੱਲੇ ਨੂੰ, ਇਹਦਾ ਉੱਪਰ, ਇਹਦਾ ਥੱਲੇ, ਆਪਣੇ ਅਕੋਰਡਿੰਗਲੀ। ਜਾਂ ਜਿੰਨੇ ਜੇ A ਲਿਖਣਾ ਹੈ ਅਤੇ ਉਹਦੀ ਵੈਲਿਊ ਸਾਨੂੰ ਪਤਾ ਹੀ ਕੀ ਹੁੰਦੀ ਸੀ, 0 1 0 0 0 0 0 1। ਅਤੇ ਇਸ ਤਰੀਕੇ ਨਾਲ ਇਲੈਕਟ੍ਰੋਨਸ ਜਦੋਂ ਹੁੰਦੇ ਆ ਅਤੇ ਆਹ ਰਿਪ੍ਰਜੈਂਟ ਕਰਦੇ ਆਪਣੇ ਡਿਜੀਟਲ A ਨੂੰ, ਅਤੇ 0 1 0 1 ਬਸ ਆਪਾਂ ਇਹਨਾਂ ਨੂੰ ਰਿਪ੍ਰਜੈਂਟ ਕਰਨ ਵਾਸਤੇ ਇਸਤੇਮਾਲ ਕਰਦੇ ਹਾਂ। ਅਤੇ ਹੁਣ ਆਹ ਕਿਤੋਂ ਬਾਹਰੋਂ ਆਉਂਦੇ ਪਏ ਆ ਜਾਂ ਫਿਰ ਅੰਦਰ ਆਲਰੇਡੀ ਪਏ ਹੋਏ ਇਲੈਕਟ੍ਰੋਨਸ ਨੇ ਚੇਂਜ ਕੀਤਾ ਹੁੰਦਾ, ਇੰਨਾ ਕੋਈ ਫਰਕ ਨਹੀਂ ਪਏਗਾ। ਅਤੇ ਇਲੈਕਟ੍ਰੋਮੈਗਨੇਟਿਕ ਤਰੀਕਾ ਯੂਜ਼ ਕੀਤਾ ਜਾਂਦਾ ਹੈ, ਅਤੇ ਉਹਦੇ ਨਾਲ ਸਟੋਰੇਜ ਐਬਸੋਲਿਊਟ ਜਿੰਨੀ ਹੈਗੀ ਉਨੀ ਰਹੇਗੀ, ਅਤੇ ਪੁਆਇੰਟ ਵਿੱਚ ਵੀ ਕੋਈ ਵੀ ਫਰਕ ਨਹੀਂ ਆਏਗਾ, ਅਤੇ ਸਟੋਰੇਜ ਉਨੀ ਹੀ ਰਹੇਗੀ। ਸੋ ਆਹ ਹੀ ਦੋ ਤਰੀਕੇ ਆ। ਯੂਜ਼ ਕਿੱਥੇ ਕੀਤੇ ਜਾਂਦੇ ਆ? ਜੋ ਇਲੈਕਟ੍ਰੋਨਸ ਬਾਹਰੋਂ ਆਉਣ ਵਾਲਾ ਜੋ ਸਟੋਰੇਜ ਘਟਾਉਣ ਵਧਾਉਣ ਵਾਲਾ ਤਰੀਕਾ ਹੈ, ਉਹ ਆਪਣੀ ਹਾਰਡ ਡਿਸਕ ਵਿੱਚ ਯੂਜ਼ ਕੀਤਾ ਜਾਂਦਾ। ਆਪਣੇ ਜੋ CPU ਜ਼ਿਆਦਾਤਰ ਜਾਂ ਕੰਪਿਊਟਰਸ ਦੇ ਹਿੱਸੇ ਉਹਨਾਂ ਯੂਜ਼ ਕੀਤਾ ਜਾਂਦਾ। ਅਤੇ ਜੋ ਦੂਜਾ ਮੈਗਨੇਟ ਵਾਲਾ ਹੈਗਾ ਉਹ CDs ਦੇ ਅੰਦਰ ਯੂਜ਼ ਕੀਤਾ ਜਾਂਦਾ। ਜੋ ਫਲੋਪੀ ਡਿਸਕ ਹੁੰਦੀਆਂ, ਜੋ ਇਹੋ ਜਿਹੀ ਚੀਜ਼ਾਂ ਹੁੰਦੀਆਂ ਸਟੋਰੇਜ ਰੱਖਣ ਵਾਲੀਆਂ, ਉਹਨਾਂ ਅੰਦਰ ਯੂਜ਼ ਕੀਤਾ ਜਾਂਦਾ ਹੈ। ਆਹੀ ਹੀ ਦੋ ਤਰੀਕੇ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।
सबसक्राइब करो चैनल, लाइक करो एंड अपने दोस्तां नाल शेयर करो। तो अज दी वीडियो वास्ते बस इन्ना ही। जे कोई भी अगले टॉपिक के उपर वीडियो चाहते हो तो कमेंट कर सकते हो, मैं उसके उपर वीडियो बनाने की पूरी कोशिश करूँगा। थैंक्स।